ਨੈਕਸਟ ਟੌਪਿਕ ਆਪਣਾ ਹੈਗਾ ਜੀ ਇੰਸਟੀਟਿਊਸ਼ਨ ਸਪੋਰਟਿੰਗ ਸਮਾਲ ਬਿਜ਼ਨਸ ਇੰਟਰਪ੍ਰਾਈਜ਼। ਜਿਹੜੀ ਆਪਣਾ ਸਮਾਲ ਬਿਜ਼ਨਸ ਇੰਟਰਪ੍ਰਾਈਜ਼ ਕੋਈ ਵੀ ਬਿਜ਼ਨਸ ਸਟਾਰਟ ਹੁੰਦਾ ਉਹਨੂੰ ਸਪੋਰਟ ਕਰਨ ਲਈ ਕਿਹੜੀਆਂ ਇੰਸਟੀਟਿਊਸ਼ਨ ਜੋ ਗਵਰਨਮੈਂਟ ਵੱਲੋਂ ਫੈਸਿਲਿਟੀਜ਼ ਸਾਨੂੰ ਮਿਲੀਆਂ ਹੋਈਆਂ ਮੀਨ ਜਿਨ੍ਹਾਂ ਨੇ ਸਪੋਰਟ ਕੀਤੀ ਕੋਈ ਵੀ ਕੰਪਨੀ ਡਿਵੈਲਪ ਕਰਨ ਦੇ ਵਿੱਚ। ਸੈਂਟਰਲ ਲੈਵਲ ਤੇ ਅਲੱਗ ਇੰਸਟੀਟਿਊਸ਼ਨ ਆਈਆਂ, ਸਟੇਟ ਲੈਵਲ ਤੇ ਅਲੱਗ ਇੰਸਟੀਟਿਊਸ਼ਨ ਆਈਆਂ ਔਰ ਨੈਸ਼ਨਲ ਲੈਵਲ ਤੇ ਅਲੱਗ ਇੰਸਟੀਟਿਊਸ਼ਨ ਆਈਆਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹੈਗੇ ਸੈਂਟਰ ਲੈਵਲ ਇੰਸਟੀਟਿਊਸ਼ਨ। ਸੈਂਟਰ ਲੈਵਲ ਇੰਸਟੀਟਿਊਸ਼ਨ ਹੋ ਗਿਆ ਮਤਲਬ ਜਿਹੜੀ ਸੈਂਟਰ ਦੇ ਵਿੱਚ ਗਵਰਨਮੈਂਟ ਬਣੀ ਹੁੰਦੀ ਹੈ ਉਹਨਾਂ ਨੇ ਆਪਣੇ ਵੱਲੋਂ ਸਪੋਰਟ ਦੇ ਲਈ ਕਿਹੜੀਆਂ ਇੰਸਟੀਟਿਊਸ਼ਨ ਜਾਂ ਫਿਰ ਕੋਈ ਬੈਂਕਸ ਵਗੈਰਾ ਜਿਵੇਂ ਮਾਰਕੀਟ ਦੇ ਵਿੱਚ ਲੈ ਕੇ ਆਏ। ਸਭ ਤੋਂ ਪਹਿਲਾਂ ਆਇਆ ਸੀਗਾ ਸਮੋਲ ਸਕੇਲ ਇੰਡਸਟਰੀ ਬੋਰਡ। ਜਿਹੜਾ ਸਮੋਲ ਸਕੇਲ ਇੰਡਸਟਰੀ ਬੋਰਡ ਹੈ ਸੈਂਟਰਲ ਗਵਰਨਮੈਂਟ ਨੇ ਐਸਟੈਬਲਿਸ਼ ਕੀਤਾ ਸੀਗਾ ਇੰਡੀਆ ਦੇ ਵਿੱਚ ਸਿਰਫ ਸਮੋਲ ਸਕੇਲ ਇੰਡਸਟਰੀ ਨੂੰ ਸੈਟਅਪ ਕਰਨ ਲਈ। ਇਹ ਜਦੋਂ ਪਹਿਲੀ ਵਾਰ ਆਇਆ ਸੀ 1954 ਦੇ ਵਿੱਚ 1954 ਦੇ ਵਿੱਚ ਆਇਆ ਸੀਗਾ। ਇਹਦੀ ਡਿਵੈਲਪਮੈਂਟ ਦਾ ਮੇਨ ਮਕਸਦ ਇਹ ਸੀਗਾ ਵੀ ਜਿੰਨੀਆਂ ਛੋਟੀ ਇੰਡਸਟਰੀਜ਼ ਹੈਗੀਆਂ ਨੇ ਜਿਵੇਂ ਲਘੂ ਉਦਯੋਗ ਜਿਵੇਂ ਅਸੀਂ ਕਹਿ ਸਕਦੇ ਹਾਂ ਉਹਨਾਂ ਨੂੰ ਡਿਵੈਲਪ ਜਾਂ ਉਹਨਾਂ ਨੂੰ ਫਾਈਨਾਂਸ ਪ੍ਰੋਵਾਈਡ ਕਰਨਾ ਜਾਂ ਫਿਰ ਉਹਨਾਂ ਦੇ ਜੋ ਅਸੀਂ ਇਹਨੂੰ ਕੁੱਲ ਮਿਲਾ ਕੇ ਗੱਲ ਕਰਦੇ ਜਿਵੇਂ ਅਸੀਂ ਕਹਿ ਸਕਦੇ ਹਾਂ ਜੋ ਰੂਰਲ ਏਰੀਆ ਦੇ ਵਿੱਚ ਜਿਹੜੇ ਛੋਟੇ ਲੋਕਾਂ ਨੂੰ ਘਰਾਂ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦਾ ਸਮਾਨ ਜੋ ਹੈ ਮਾਰਕੀਟ ਤੱਕ ਪਹੁੰਚਾਉਣਾ ਉਹਦਾ ਇਹ ਮੇਨ ਕੰਮ ਸੀਗਾ। ਉਸ ਤੋਂ ਬਾਅਦ ਜਿਹੜੀ ਦੂਸਰੀ ਆਈ ਸੀ ਉਹ ਸੀਗੀ ਨੈਸ਼ਨਲ ਸਮੋਲ ਇੰਡਸਟਰੀ ਕਾਰਪੋਰੇਸ਼ਨ। ਇਹ ਵੀ 1955 ਦੇ ਵਿੱਚ ਹੀ ਡਿਵੈਲਪ ਹੋਈ ਸੀ, ਸੈਂਟਰਲ ਗਵਰਨਮੈਂਟ ਨੇ ਹੀ ਇਹਨੂੰ ਲੈ ਕੇ ਆਈ ਸੀ। ਇਹਦਾ ਮੇਨ ਕੰਮ ਵੀ ਸਮੋਲ ਸਕੇਲ ਇੰਡਸਟਰੀ ਨੂੰ ਹੀ ਡਿਵੈਲਪ ਕਰਨ ਦਾ ਸੀਗਾ। ਫਿਰ ਇਸ ਤੋਂ ਬਾਅਦ ਆਈ ਸੀ ਖਾਦੀ ਜਿਹਨੂੰ ਅਸੀਂ KVIC ਵੀ ਕਹਿੰਦੇ ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ। ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ ਜੋ ਹੈ 1957 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਪਾਸ ਕੀਤਾ ਗਿਆ। ਇਹਦਾ ਮੇਨ ਕੰਮ ਸੀਗਾ ਵੀ ਅਸੀਂ ਖਾਦੀ ਨੂੰ ਜ਼ਿਆਦਾ ਸਪੋਰਟ ਕਰਨਾ। ਅੱਜ ਦੇ ਟਾਈਮ ਦੇ ਵਿੱਚ ਤੁਸੀਂ ਦੇਖਿਆ ਉਹ ਖਾਦੀ ਲਈ ਕਾਫੀ ਕੁਝ ਕਰਦੇ ਨੇ ਵੀ ਖਾਦੀ ਦਾ ਜਿਹੜਾ ਕੰਮ ਬਹੁਤ ਪੁਰਾਣਾ ਚੱਲਿਆ ਆ ਰਿਹਾ ਪੀੜ੍ਹੀ ਦਰ ਪੀੜ੍ਹੀ, ਤਾਂ ਇਹ ਵਾਲੀ ਇੰਡਸਟਰੀ ਨੂੰ ਬਹੁਤ ਜ਼ਿਆਦਾ ਡਿਵੈਲਪ ਕਰਨਾ। ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈਗੇ ਨੇ ਜਿਹੜੇ ਪਿੰਡਾਂ ਦੇ ਵਿੱਚ ਜਾਂ ਰੂਰਲ ਏਰੀਆ ਦੇ ਵਿੱਚ ਖਾਦੀ ਦਾ ਕੰਮ ਕਰਦੇ ਹੈਗੇ ਤਾਂ ਉਸ ਚੀਜ਼ ਨੂੰ ਡਿਵੈਲਪ ਕਰਨ ਦਾ ਮੇਨ ਮਕਸਦ ਇਹਦਾ ਸੀਗਾ। ਉਸ ਤੋਂ ਬਾਅਦ ਸੀਗਾ ਨੈਸ਼ਨਲ ਇੰਸਟੀਟਿਊਸ਼ਨ ਆਫ ਸਮਾਲ ਸਕੇਲ ਇੰਡਸਟਰੀ ਐਕਸਟੈਂਸ਼ਨ ਟ੍ਰੇਨਿੰਗ। ਇਹ ਵਾਲੀ ਵੀ ਇੱਕ ਸੰਸਥਾ ਆਈ ਸੀਗੀ ਵੀ ਟ੍ਰੇਨਿੰਗ ਦੇਣ ਦਾ ਮੇਨ ਕੰਮ ਸੀ। ਇਹ ਜਿਹੜੀ ਸੰਸਥਾ ਆਈ ਸੀ 1984 ਦੇ ਵਿੱਚ ਆਈ ਸੀਗੀ। ਇਹਦਾ ਮੇਨ ਕੰਮ ਸੀਗਾ ਵੀ ਜਿਹੜੇ ਪਰਸਨਸ ਬਿਜ਼ਨਸ ਸਟਾਰਟ ਕਰ ਰਹੇ ਹੈਗੇ ਨੇ ਜਾਂ ਜਿਨ੍ਹਾਂ ਨੂੰ ਕੋਈ ਰੁਕਾਵਟਾਂ ਆ ਰਹੀਆਂ ਨੇ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰਨਾ। ਜਿੱਥੇ ਜਿਸ ਡਿਪਾਰਟਮੈਂਟ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮਸ ਲੱਗਦੀਆਂ ਹੈਗੀਆਂ ਨੇ ਜਾਂ ਕੋਈ ਕੰਮ ਕੋਈ ਰੁਕ ਰਿਹਾ ਹੈਗਾ ਉਹਨਾਂ ਨੂੰ ਲੱਗਦਾ ਵੀ ਸਾਨੂੰ ਨਹੀਂ ਕਲੀਅਰ ਹੋ ਰਿਹਾ ਹੈਗਾ ਤਾਂ ਸਾਰੀ ਚੀਜ਼ਾਂ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਇਹ ਦਾ ਕੰਮ ਸੀਗਾ NISIT ਦਾ। ਉਸ ਤੋਂ ਬਾਅਦ ਜਿਹੜੀਆਂ ਤੁਹਾਡੇ ਕੋਲ ਸਕੀਮਸ ਆਈਆਂ ਨੇ ਉਹ ਆਈਆਂ ਨੇ ਸਟੇਟ ਲੈਵਲ ਇੰਸਟੀਟਿਊਸ਼ਨ। ਸਟੇਟ ਲੈਵਲ ਇੰਸਟੀਟਿਊਸ਼ਨ ਦੇ ਵੀ ਸਭ ਤੋਂ ਪਹਿਲਾਂ ਸਾਡੇ ਕੋਲ ਆ ਰਿਹਾ SIDC। ਇੱਕ SIDC ਇੱਕ SIDB, ਦੋ ਪ੍ਰਕਾਰ ਦੀਆਂ ਆਈਆਂ। SIDC ਨੂੰ ਕਹਿੰਦੇ ਨੇ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ। ਸਟੇਟ ਦਾ ਮਤਲਬ ਹੋ ਗਿਆ ਜਿਹੜੀ ਤੁਸੀਂ ਸਟੇਟ ਦੇ ਵਿੱਚ ਜਿਵੇਂ ਹਰਿਆਣਾ ਪੰਜਾਬ ਹੈ ਉੱਥੇ ਦੀ ਜੋ ਗਵਰਨਮੈਂਟ ਨੇ ਉਹਨਾਂ ਨੇ ਆਪਣੇ ਵੱਲੋਂ ਸੈਟਅਪ ਕੀਤੇ ਹੋਏ। ਸਭ ਤੋਂ ਪਹਿਲਾਂ ਸਟੇਟ ਦੇ ਵਿੱਚ ਆਇਆ 1956 ਦੇ ਵਿੱਚ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ। ਇਹਨਾਂ ਦਾ ਮੇਨ ਕੰਮ ਸੀਗਾ ਵੀ ਕੰਪਨੀਆਂ ਨੂੰ ਫਾਈਨਾਂਸ ਪ੍ਰੋਵਾਈਡ ਕਰਨਾ, ਚਾਹੇ ਉਹ ਮੀਡੀਅਮ ਟਰਮ ਨੇ, ਚਾਹੇ ਉਹ ਸਮਾਲ ਟਰਮ ਨੇ, ਚਾਹੇ ਉਹ ਲਾਰਜ ਇੰਡਸਟਰੀ ਨੇ। ਸਾਰਿਆਂ ਦੇ ਨਾਲ ਕਹਿੰਦਾ ਡਿਬੈਂਚਰਸ ਹੋ ਗਏ ਜਾਂ ਫਿਰ ਕੋਈ ਅੰਡਰਰਾਈਟਿੰਗ ਦੀ ਸਰਵਿਸਿਜ਼ ਨੇ ਉਹ ਵੀ ਪ੍ਰੋਵਾਈਡ ਕਰਵਾਉਣੀ ਹੈ ਕੰਪਨੀ ਨੂੰ। ਕਈ ਵਾਰ ਕਿਸੇ ਕੰਪਨੀ ਨੂੰ ਪੈਸੇ ਇਕੱਠਾ ਕਰਨ 'ਚ ਪ੍ਰੋਬਲਮ ਹੋ ਰਹੀ ਸੀ ਤਾਂ ਲੋਨ ਜਿਵੇਂ ਪ੍ਰੋਵਾਈਡ ਕਰਵਾਉਣਾ ਡਿਬੈਂਚਰ ਹੋਲਡਰ ਦੇ ਥਰੂ ਆ ਜਾਂਦਾ ਕਿ ਡਿਬੈਂਚਰ ਹੋਲਡਰ ਨੂੰ ਤਾਂ ਇੰਟਰਸਟ ਦੇਣਾ ਪੈਂਦਾ ਹੈ। ਅੰਡਰਰਾਈਟਰ ਦੀ ਕੰਪਨੀ ਦੇ ਸ਼ੇਅਰ ਸੇਲ ਕਰਵਾਉਣੇ ਉਹ ਸਾਰੀ ਫੈਸਿਲਿਟੀਜ਼ ਇਸਨੇ ਪ੍ਰੋਵਾਈਡ ਕੀਤੀਆਂ। ਉਸ ਤੋਂ ਬਾਅਦ ਸਾਡੇ ਕੋਲ ਆਇਆ ਵੀ ਡਿਸਟ੍ਰਿਕਟ ਇੰਡਸਟਰੀ ਸੈਂਟਰ। ਡਿਸਟ੍ਰਿਕਟ ਇੰਡਸਟਰੀ ਸੈਂਟਰ ਜੋ ਹੈ 1978 ਦੇ ਵਿੱਚ ਆਇਆ। ਡਿਸਟ੍ਰਿਕਟ ਮੀਨਸ ਸਟੇਟ ਗਵਰਨਮੈਂਟ ਨੇ ਆਪਣੇ ਡਿਸਟ੍ਰਿਕਟ ਦੇ ਅਲੱਗ-ਅਲੱਗ ਜ਼ਿਲ੍ਹੇ ਦੇ ਵਿੱਚ ਜਿਵੇਂ ਕਿ ਕਾਰਪੋਰੇਸ਼ਨ ਜਾਂ ਫਿਰ ਸੈਂਟਰ ਬਣਾਤੇ ਜਿੱਥੇ ਕਿਸੇ ਨੂੰ ਕੋਈ ਪ੍ਰਕਾਰ ਦੀ ਇਨਫੋਰਮੇਸ਼ਨ ਰਜਿਸਟ੍ਰੇਸ਼ਨ ਟਾਈਪ ਦੀ ਇਨਫੋਰਮੇਸ਼ਨ ਜਾਂ ਫਿਰ ਕੋਈ ਲਾਇਸੈਂਸ ਰੀਨਿਊ ਕਰਵਾਉਣਾ ਹੈਗਾ, ਟੈਕਸ ਫਿਲ ਕਰਨ ਦੀ ਕੋਈ ਪ੍ਰੋਬਲਮਸ ਆ ਰਹੀਆਂ ਉਹ ਸਾਰੀਆਂ ਚੀਜ਼ਾਂ ਦੀ ਹੈਲਪਫੁਲ ਕਰਨ ਦਾ ਕੰਮ ਸੀਗਾ ਡਿਸਟ੍ਰਿਕਟ ਇੰਡਸਟਰੀ ਕਾਰਪੋਰੇਸ਼ਨ ਦਾ। ਇੱਕ ਬੈਂਕ ਜਿਹੜਾ ਮੇਨ ਲੱਗਿਆ ਸੀਗਾ ਉਹ ਸੀਗਾ SIDB। ਉਹਨੂੰ ਅਸੀਂ ਕਹਿੰਦੇ ਹੈਗੇ ਸਟੇਟ ਇੰਡਸਟਰੀ ਡਿਵੈਲਪਮੈਂਟ ਬੈਂਕ ਆਫ ਇੰਡੀਆ। ਇਹ ਜਿਹੜਾ ਇੰਡੀਆ ਦੇ ਵਿੱਚ ਲੱਗਿਆ ਸੀ ਇਹ 1990 ਦੇ ਵਿੱਚ ਲੱਗਿਆ ਸੀ। 1990 ਦੇ ਵਿੱਚ ਇਹ ਬੈਂਕ ਜੋ ਐਸਟੈਬਲਿਸ਼ ਹੋਇਆ ਸੀ। ਇਹਦਾ ਮੇਨ ਕੰਮ ਇਹ ਸੀ ਕਿ ਸਮਾਲ ਸਕੇਲ ਦੀ ਜਿੰਨੀ ਵੀ ਇੰਡਸਟਰੀਜ਼ ਹੈ ਉਹਨੂੰ ਡਿਵੈਲਪ ਕਰਨਾ ਮੀਨ ਚਾਹੇ ਉਹ ਇਨਡਾਇਰੈਕਟ ਵੇ ਨਾਲ ਹੋਵੇ ਚਾਹੇ ਉਹ ਡਾਇਰੈਕਟ ਵੇ ਨਾਲ। ਇਨਡਾਇਰੈਕਟ ਵੇ ਨਾਲ ਮੀਨਸ ਉਹਨਾਂ ਲਈ ਅੰਡਰਰਾਈਟਰ ਲੈ ਕੇ ਆਉਣਾ ਜਾਂ ਉਹਨਾਂ ਦੇ ਸ਼ੇਅਰ ਸੇਲ ਕਰਵਾਉਣਾ ਜਾਂ ਫਿਰ ਏਜੰਟ ਦਾ ਕੰਮ ਕਰਨਾ ਜਾਂ ਫਿਰ ਡਿਬੈਂਚਰ ਹੋਲਡਰ ਜਿਸ ਤਰ੍ਹਾਂ ਉਹਨਾਂ ਦੇ ਸ਼ੇਅਰ ਵਗੈਰਾ ਖਰੀਦ ਵੀ ਲੈਣਾ। ਡਾਇਰੈਕਟ ਵੇ ਸੀਗਾ ਵੀ ਖੁਦ ਹੀ ਡਾਇਰੈਕਟ ਫਾਈਨਾਂਸ ਪ੍ਰੋਵਾਈਡ ਕਰਨਾ ਕਿਸੇ ਵੀ ਕੰਡੀਸ਼ਨ ਦੇ ਉੱਪਰ ਜਿਵੇਂ ਚਾਹੇ ਇਕੁਇਟੀ ਫੇਸ ਤੇ ਹੋ ਗਿਆ ਚਾਹੇ ਪ੍ਰੈਫਰੈਂਸ ਬੇਸ ਤੇ ਹੋ ਗਿਆ ਜਾਂ ਫਿਰ ਲੋਨ ਵਗੈਰਾ ਪ੍ਰੋਵਾਈਡ ਕਰਨਾ। ਇਹ SIDB ਦਾ ਮੇਨ ਕੰਮ ਸੀਗਾ। ਉਸ ਤੋਂ ਇਲਾਵਾ ਕੁਝ ਅਦਰ ਏਜੰਸੀਜ਼ ਵੀ ਸੀਗੀਆਂ ਜਿਨ੍ਹਾਂ ਨੇ ਸਮਾਲ ਸਕੇਲ ਇੰਡਸਟਰੀ ਨੂੰ ਡਿਵੈਲਪ ਕਰਨ ਦੀ ਹੈਲਪ ਕੀਤੀ। ਸਭ ਤੋਂ ਪਹਿਲਾਂ ਆਇਆ NABARD ਬੈਂਕ। NABARD ਦੀ ਫੁੱਲ ਫਾਰਮ ਨੈਸ਼ਨਲ ਬੈਂਕ ਆਫ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਇਹ ਬੈਂਕ ਜਿਹੜਾ ਮੇਨ ਆਇਆ ਸੀਗਾ ਸਿਰਫ ਰੂਰਲ ਏਰੀਆ ਲਈ ਸੀਗਾ ਵੀ ਐਗਰੀਕਲਚਰ ਨੂੰ ਸਪੋਰਟ ਕਰਨਾ ਜਾਂ ਫਿਰ ਸਾਡੇ ਜਿਹੜੀਆਂ ਰੂਰਲ ਏਰੀਆ ਦੇ ਵਿੱਚ ਸਮਾਲ ਸਕੇਲ ਇੰਡਸਟਰੀਜ਼ ਲੱਗ ਰਹੀਆਂ ਸੀਗੀਆਂ ਉਹਨਾਂ ਨੂੰ ਡਿਵੈਲਪ ਕਰਨਾ। ਲਿਖਿਆ ਵੀ ਹੈ ਪ੍ਰੋਵਾਈਡਿੰਗ ਰੀਫਾਈਨਾਂਸ, ਬ੍ਰਿੰਗਿੰਗ ਅਮਾਊਂਟ ਦੀ ਪ੍ਰਮੋਸ਼ਨਲ ਇੰਸਟੀਟਿਊਸ਼ਨ ਡਿਵੈਲਪਮੈਂਟ, ਇਵੈਲੂਏਟਿੰਗ ਮੋਨੀਟਰਿੰਗ ਇੰਸਪੈਕਟਿੰਗ ਦੀ ਕਲਾਇੰਟ ਬੈਂਕਸ। ਜਿੰਨੇ ਵੀ ਕਲਾਇੰਟ ਬੈਂਕ ਸੀਗੇ ਕਿਉਂਕਿ ਇਹ ਬੈਂਕ ਪਹਿਲਾਂ ਆਪ ਦਾ ਸਟਾਰਟ ਹੋਇਆ ਨਹੀਂ ਸੀਗਾ। 5
ਹੈੱਡ ਆਫਿਸ ਔਰ ਮੇਰੇ ਖਿਆਲ ਸ਼ਾਇਦ 33 ਸਮਾਲ ਬ੍ਰਾਂਚਿਸ ਦੇ ਨਾਲ ਬੈਂਕ ਸਟਾਰਟ ਹੋਇਆ ਸੀਗਾ। ਇਹਦਾ ਮੇਨ ਕੰਮ ਇਹੀ ਸੀਗਾ ਵੀ ਕੋਆਰਡੀਨੇਟਰ ਦਾ ਕੰਮ ਕਰਨਾ, ਜਿੱਥੇ ਵੀ ਜੋ ਪ੍ਰੋਬਲਮਸ ਆ ਰਹੀਆਂ ਵੀ ਆਪਸ ਵਿੱਚ ਬੈਠ ਕੇ ਸੋਲਵ ਕਰਨੀਆਂ, ਰਿਸਰਚ ਦੀਆਂ ਫੈਸਿਲਿਟੀਜ਼ ਕੰਪਨੀ ਨੂੰ ਪ੍ਰੋਵਾਈਡ ਕਰਨੀਆਂ, ਗਵਰਨਮੈਂਟ ਦਾ ਜੋ ਬੈਂਕ ਜਿਵੇਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਪ੍ਰੋਪਰ ਇਨਫੋਰਮੇਸ਼ਨ ਪਹੁੰਚਾਣੀ ਹਰੇਕ ਕੰਪਨੀ ਬਾਰੇ। ਉਸ ਤੋਂ ਬਾਅਦ ਇੱਕ ਆਈ ਸਾਡੇ ਕੋਲ ਹੁਡਕੋ, ਉਹਨੂੰ ਅਸੀਂ ਕਹਿੰਦੇ ਹਾਂ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ। ਇਹ ਵਾਲੀ ਜਿਹੜੀ ਸੰਸਥਾ ਇੰਡੀਆ ਦੇ ਵਿੱਚ 1986 ਦੇ ਵਿੱਚ ਆਈ। ਇਹਨਾਂ ਦਾ ਮੇਨ ਕੰਮ ਇਹ ਸੀਗਾ ਕਿ ਅਰਬਨ ਨੂੰ ਵੀ ਅਰਬਨ ਏਰੀਆ ਮਤਲਬ ਸ਼ਹਿਰੀ ਏਰੀਆ ਨੂੰ ਡਿਵੈਲਪ ਕੀਤਾ, ਪਲੱਸ ਹਾਊਸਿੰਗ ਜੋ ਪ੍ਰੋਜੈਕਟ ਨੇ ਉਹ ਜ਼ਿਆਦਾਤਰ ਲਗਾਏ ਜਾਣ, ਜਿਹਦੇ ਨਾਲ ਕਿ ਲਿਵਿੰਗ ਸਟੈਂਡਰਡ ਅਪਲਿਫਟ ਹੋਵੇ ਲੋਕਾਂ ਦਾ। ਇਸ ਦਾ ਕੰਮ ਸੀਗਾ ਮੇਨ। ਫਿਰ ਸੀਗੀ ਟੈਕਨੀਕਲ ਕੰਸਲਟੈਂਸੀ ਆਰਗੇਨਾਈਜੇਸ਼ਨ। ਇਹ ਵਾਲੀ ਇੰਸਟੀਟਿਊਸ਼ਨ ਤਾਂ ਕਹਿੰਦਾ 70-80 ਈਅਰਸ ਪਹਿਲਾਂ ਤੋਂ ਹੀ ਚੱਲੀ ਆ ਰਹੀ ਹੈਗੀ ਹੈ ਵੀ ਟੈਕਨੀਕਲ ਏਰੀਆ ਦੇ ਵਿੱਚ ਜਿੱਥੇ ਕਿਸੇ ਨੂੰ ਇਕਨੋਮਿਕ ਸੈਕਟਰ ਦੇ ਵਿੱਚ ਕਿਤੇ ਹੈਲਪ ਚਾਹੀਦੀ ਹੈਗੀ ਆ, ਉਹਨਾਂ ਨੂੰ ਟੈਕਨੋਲੋਜੀ ਦੇ ਵਿੱਚ ਹੈਲਪ ਪ੍ਰੋਵਾਈਡ ਕਰਨਾ, ਇਹ ਸੰਸਥਾ ਦਾ ਮੇਨ ਕੰਮ ਸੀਗਾ। ਉਸ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਇੱਕ ਟੌਪਿਕ ਲਾਸਟ ਹੈਗਾ ਉਹ ਹੈਗਾ ਸਿਕਨੈਸ ਇਨ ਸਮਾਲ ਬਿਜ਼ਨਸ ਇੰਟਰਪ੍ਰਾਈਜ਼। ਸਿਕਨੈਸ ਇਨ ਸਮਾਲ ਬਿਜ਼ਨਸ ਇੰਟਰਪ੍ਰਾਈਜ਼ ਦਾ ਸਭ ਤੋਂ ਪਹਿਲਾਂ ਮੀਨਿੰਗ ਇਹਨਾਂ ਲਿਖਿਆ ਕਹਿੰਦਾ ਕਦੋਂ ਵੀ ਜਦੋਂ ਕਿਸੇ ਯੂਨਿਟਸ ਦਾ ਕੈਸ਼ ਜੋ ਹੈ ਲੂਜ਼ ਹੋਣਾ ਸਟਾਰਟ ਹੋ ਜਾਂਦਾ ਹੈ, ਲਗਾਤਾਰ ਤੁਸੀਂ ਮੰਨ ਕੇ ਚੱਲੋ ਵੀ 2 ਸਾਲ ਲਈ ਜਾਂ ਫਾਈਨੈਂਸ਼ੀਅਲ ਈਅਰਸ ਲਗਾਤਾਰ ਚੱਲ ਰਹੇ ਹੈਗੇ ਨੇ ਜਿਹਦੇ ਵਿੱਚ ਉਹਨਾਂ ਨੂੰ ਕੈਸ਼ ਜੋ ਖਤਮ ਹੁੰਦਾ ਚਲੇ ਜਾ ਰਹੇ, ਤਾਂ ਉਹਦਾ ਕਾਰਨ ਇਹੀ ਹੁੰਦਾ ਕਿ ਉਹ ਇੰਡਸਟਰੀਜ਼ ਜੋ ਹੈ ਸਿਕਨੈਸ ਫਾਰਮ ਦੇ ਵਿੱਚ ਆ ਜਾਂਦੀ। ਮੀਨਸ ਉਹਨਾਂ ਕੋਲ ਆਪਣਾ ਕੰਮ ਕਰਨ ਲਈ ਉਹ ਜੋ ਸਟਾਰਟਿੰਗ 'ਚ ਫੈਸਿਲਿਟੀਜ਼ ਹੁੰਦੀਆਂ ਨੇ ਉਹ ਪ੍ਰੋਪਰ ਨਹੀਂ ਹੁੰਦੀਆਂ ਹੈਗੀਆਂ, ਕਿਉਂਕਿ ਉਹਨਾਂ ਨੇ ਕੈਸ਼ ਨੂੰ ਪ੍ਰੋਪਰ ਮੈਨੇਜ ਹੀ ਨਹੀਂ ਕੀਤਾ ਹੁੰਦਾ, ਆਪਣਾ ਫਾਈਨਾਂਸ ਜੋ ਹੈ ਪ੍ਰੋਪਰ ਤਰੀਕੇ ਨਾਲ ਮੈਨੇਜਮੈਂਟ ਕੀਤੀ ਨਹੀਂ, ਜਿੱਥੇ ਲੱਗਿਆ ਵੀ ਇਨਵੈਸਟਮੈਂਟ ਕਰਦੇ ਚਲੇ ਗਏ। ਬਿਜ਼ਨਸ ਰੈਗੂਲਰ ਕਰਨ ਲਈ ਵਰਕਿੰਗ ਕੈਪੀਟਲ ਜਿਵੇਂ ਓਵਰ ਹੋਣੀ ਚਲੀ ਜਾਂਦੀ ਹੈ, ਜਾਂ ਫਿਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡਾ ਪੈਸਾ ਕਿੱਥੇ ਜਾ ਰਿਹਾ ਹੈਗਾ। ਉਹਦੀ ਅਲੱਗ-ਅਲੱਗ ਰੀਜ਼ਨਸ ਵੀ ਹੋ ਸਕਦੇ ਨੇ, ਰੀਜ਼ਨ ਆਪਾਂ ਅੱਗੇ ਪੜਾਂਗੇ। And ਲਿਖਿਆ ਵੀ according to the RBI, a small scale unit should be considered as a SIC. It has been end of the any accounting year. Accumulative losses equal to the exceeding 50%. Its peak net worth is immediately preceding 5 year accounting years. ਜਦੋਂ ਕਹਿੰਦਾ ਕਿਸੇ ਵੀ ਕੰਪਨੀ ਨੂੰ ਅਸੀਂ SIC ਉਦੋਂ ਮੰਨਾਂਗੇ ਜਦੋਂ ਉਹਨਾਂ ਦਾ ਲੋਸ ਜੋ ਹੈ 50% ਤੋਂ ਅਬਵ ਹੋ ਜਾਂਦਾ, ਔਰ ਪਿਛਲੇ 5 ਸਾਲਾਂ ਦੇ ਜੋ ਮੀਨਸ ਲੋਸ ਚੱਲ ਉਸ ਤੋਂ ਅੱਗੇ ਵੀ ਚਲੇ ਗਏ ਜਾਂ ਫਿਰ ਪਿਛਲੇ 5 ਸਾਲਾਂ ਦਾ ਡਾਟਾ ਉਸ ਤੋਂ ਅੱਗੇ 50% ਨਿਕਲ ਜਾਂਦਾ, ਲੋਸ ਵੀ ਬਹੁਤ ਜ਼ਿਆਦਾ। ਐਗਜ਼ਾਮਪਲ ਹਰ ਸਾਲ ਅਸੀਂ ਮੰਨ ਕੇ ਚੱਲੀ ਵੀ ਸਾਨੂੰ 10,000 ਪ੍ਰੋਫਿਟ ਹੋ ਰਿਹਾ ਹੈ ਜੀ, ਇਸ ਸਾਲ ਕੀ ਹੋ ਗਿਆ ਸਾਡੇ ਲਗਾਤਾਰ ਸਾਨੂੰ ਲੋਸ ਆ ਰਿਹਾ 50%। 10,000 ਦਾ 50% ਮਤਲਬ ਕਿ 5,000 ਅਸੀਂ ਲੋਸ ਦੇ ਵਿੱਚ ਚਲਦੇ ਚਲੇ ਜਾ ਰਹੇ ਹੈਗੇ ਲਗਾਤਾਰ। ਤਾਂ ਕਹਿੰਦਾ RBI ਕਹਿੰਦਾ ਵੀ ਇਦਾਂ ਦੀ ਇੰਡਸਟਰੀ ਨੂੰ ਅਸੀਂ ਸਿਕ ਇੰਡਸਟਰੀ ਮੰਨਾਂਗੇ ਕਿਉਂਕਿ ਉਹ ਲਗਾਤਾਰ ਹੀ ਲੋਸ ਦਿਖਾ ਰਹੇ ਨੇ। ਓਪਰਚੁਨਿਟੀਜ਼ ਇਨ ਦੀ ਸਮਾਲ ਸੈਕਟਰ ਇਨੂਮਰਸ ਡਿਊ ਟੂ ਦੀ ਫੋਲੋਇੰਗ ਫੈਕਟਰਸ। ਕਿਹੜੇ ਕਹਿੰਦਾ ਫੈਕਟਰਸ ਹੈਗੇ ਨੇ ਜਿਸ ਬੇਸ ਤੇ ਕਹਿੰਦਾ ਸਾਨੂੰ ਓਪਰਚੁਨਿਟੀਜ਼ ਮਿਲ ਜਾਂਦੀ ਹੈਗੀ ਨੇ ਅਸੀਂ ਰਿਕਵਰ ਵੀ ਕਰਨਾ ਹੋਵੇ। ਸਭ ਤੋਂ ਪਹਿਲਾਂ ਲੈਸ ਕੈਪੀਟਲ ਇੰਟੈਂਸਿਵ। ਉਸ ਤੋਂ ਬਾਅਦ ਲਿਖਿਆ ਉਹਨਾਂ ਨੇ ਪ੍ਰਮੋਸ਼ਨ ਸਕੀਮਸ ਜਿਹੜੀਆਂ ਗਵਰਨਮੈਂਟ ਦਿੰਦੀ ਹੈਗੀ ਹੈ, ਤਾਂ ਕੋਈ ਕੰਪਨੀ ਜੋ ਹੈ ਕਹਿੰਦਾ ਅੱਗੇ ਨਿਕਲ ਕੇ ਆ ਜਾਂਦੀ ਹੈਗੀ ਹੈ। ਪ੍ਰੋਜੈਕਟ ਪ੍ਰੋਫਾਈਲ ਅਗਰ ਪ੍ਰੋਪਰ ਪਤਾ ਹੋਵੇ, ਫੰਡਿੰਗ ਈਜ਼ੀਲੀ ਬੇਸ ਤੇ ਮਿਲ ਜਾਣ, ਮਸ਼ੀਨਰੀ, ਰॉ ਮਟੀਰੀਅਲ, ਮੈਨ ਪਾਵਰ, ਟ੍ਰੇਨਿੰਗ, ਅਗਰ ਇਹ ਚੀਜ਼ਾਂ ਕਹਿੰਦਾ ਪ੍ਰੋਪਰ ਹੋਣ ਤਾਂ ਕੰਪਨੀ ਕਦੀ ਵੀ ਕੋਈ ਸਿੱਖ ਨਾ ਹੋਵੇ। ਲੇਕਿਨ ਫਿਰ ਵੀ ਕੁਝ ਰੀਜ਼ਨਸ ਨਿਕਲ ਕੇ ਆ ਜਾਂਦੇ ਨੇ ਜਿਸ ਬੇਸ ਤੇ ਕੰਪਨੀਜ਼ ਸਿਕ ਲੈਵਲ ਦੇ ਵੀ ਚਲੇ ਜਾਂਦੇ ਨੇ। ਇਹਨਾਂ ਨੇ ਕੁਝ ਤੁਹਾਡੇ ਕੋਲ ਕੁਐਸਚਨ ਜਿਹੜਾ ਤੁਹਾਨੂੰ ਆ ਸਕਦਾ ਇਹੀ ਆ ਸਕਦਾ ਹੈ ਸਿਕਨੈਸ ਆਫ ਕੰਪਨੀਜ਼ ਪਲੱਸ ਉਹਦੇ ਰੀਜ਼ਨਸ ਕੀ ਹੈਗੇ ਨੇ। ਰੀਜ਼ਨਸ ਜੋ ਹੈ 2 ਪ੍ਰਕਾਰ ਦੇ ਹੋਣਗੇ, ਐਕਸਟਰਨਲ ਐਂਡ ਇੰਟਰਨਲ। ਆਪਾਂ ਦੋਨੋਂ ਦੇ ਬਾਰੇ ਗੱਲ ਕਰਦੇ ਹੈਗੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਕਸਟਰਨਲ ਦੀ। ਐਕਸਟਰਨਲ ਕਾਜ਼ਸ ਉਹ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਕਹਿੰਦਾ ਕੰਪਨੀ ਦਾ ਕੋਈ ਵੀ ਕੰਟਰੋਲ ਨਹੀਂ ਹੈਗਾ, ਕਿਉਂਕਿ ਗਵਰਨਮੈਂਟ ਦੁਆਰਾ ਹੋ ਜਾਂ ਫਿਰ ਮਾਰਕੀਟ ਦੇ ਜੋ ਕੋਈ ਪ੍ਰੋਬਲਮਸ ਆਉਂਦੇ ਨੇ ਉਦੋਂ ਚੀਜ਼ਾਂ। ਸਭ ਤੋਂ ਪਹਿਲਾਂ ਲਿਖਿਆ ਵੀ ਨॉन ਅਵੇਲੇਬਿਲਿਟੀ ਆਫ ਦੀ ਰॉ ਮਟੀਰੀਅਲ। ਅਗਰ ਕਿਸੇ ਕੰਪਨੀ ਨੂੰ ਕਹਿੰਦਾ ਰॉ ਮਟੀਰੀਅਲ ਮਿਲੂਗਾ ਹੀ ਨਹੀਂ, ਫਿਰ ਉਹਦਾ ਕੋਈ ਰੀਜ਼ਨ ਤਾਂ ਹੈ ਹੀ ਨਹੀਂ, ਕਿਉਂਕਿ ਉਹ ਚੀਜ਼ ਤਾਂ ਉਹਨਾਂ ਨੂੰ ਬਾਹਰੋਂ ਮਿਲਣੀ ਹੈਗੀ ਹੈ। ਦੂਸਰਾ, ਇਹ ਜਰਨਲ ਰੀਅਸੈਸਰੀ ਟ੍ਰੈਂਡ ਇਨ ਇਕਨੋਮੀ ਵਿਚ ਅਫੈਕਟ ਦੀ ਓਵਰਆਲ ਪਰਫਾਰਮੈਂਸ ਆਫ ਦੀ ਇੰਡਸਟਰੀ ਯੂਨਿਟਸ। ਜਦੋਂ ਕਹਿੰਦਾ ਇਕਨੋਮੀ ਦੇ ਵਿੱਚ ਹੀ ਇਦਾਂ ਦਾ ਕੋਈ ਇਫੈਕਟ ਆ ਗਿਆ ਜਿਹਦਾ ਕਹਿੰਦਾ ਆਲ ਓਵਰ ਇੰਡਸਟਰੀ ਦੇ ਉੱਪਰ ਹੀ ਫਰਕ ਪੈਂਦਾ ਹੈਗਾ, ਤਾਂ ਫਿਰ ਕਈ ਇੰਡਸਟਰੀ ਨੂੰ ਫਰਕ ਸਿਕਨੈਸ ਆ ਸਕਦੀ ਹੈ। ਐਗਜ਼ਾਮਪਲ ਹੁਣ ਆਪਾਂ ਜਿਵੇਂ ਕਹੀਏ ਵੀ ਲੋਕਡਾਊਨ ਆਇਆ, ਲੋਕਡਾਊਨ ਦੇ ਵਿੱਚ ਕੀ ਕਾਫੀ ਇੰਡਸਟਰੀਜ਼ ਡਾਊਨ ਹੋਈਆਂ। ਹੁਣ ਜਦੋਂ ਕਿਸੇ ਕੋਲ ਕੋਈ ਰੀਜ਼ਨ ਨਹੀਂ ਸੀਗਾ, ਅੱਗੋਂ ਕੋਈ ਖਰੀਦਣ ਵਾਲਾ ਹੀ ਨਹੀਂ ਸੀਗਾ, ਤਾਂ ਇਦਾਂ ਦੇ ਟਾਈਮ ਦੇ ਵਿੱਚ ਤਾਂ ਸਿਕਨੈਸ ਆਉਂਦੀ ਹੀ ਹੈ। ਹਾਈ ਕੋਸਟ ਆਫ ਪ੍ਰੋਡਕਸ਼ਨ ਫੇਸਿੰਗ ਏ ਲੋ ਰਿਅਲਾਈਜੇਸ਼ਨ ਆਫ ਸੇਲਸ ਵੈਲਿਊ। ਸਾਡੇ ਕੋਲ ਕਹਿੰਦਾ ਪ੍ਰੋਡਕਸ਼ਨ ਦੀ ਕੋਸਟ ਤਾਂ ਬਹੁਤ ਜ਼ਿਆਦਾ ਪੈ ਰਹੀ ਹੈ, ਸੇਲ ਦੀ ਵੈਲਿਊ ਨਹੀਂ ਹੈ ਨਹੀਂ, ਉਹਦੇ 'ਚ ਵੀ ਇੰਡਸਟਰੀ ਸਿੱਕ ਹੋ ਜਾਂਦੀਆਂ ਨੇ। ਇਹਦਾ ਕਾਰਨ ਵੀ ਕੀ ਹੈ, ਐਕਸਟਰਨਲ ਹੀ ਹੈ, ਬਾਹਰ ਸੇਲ ਹੀ ਨਹੀਂ ਹੋ ਰਹੀ ਹੈਗੀ, ਅਸੀਂ ਕੋਸਟ ਪ੍ਰੋਡਕਸ਼ਨ ਤਾਂ ਪ੍ਰੋਪਰ ਕਰ ਹੀ ਰਹੇ, ਕਿਉਂਕਿ ਜਿਹੜੇ ਸਾਡੇ ਕੋਲ ਪਰਸਨਸ ਇੰਪਲੋਈ ਲੱਗੇ ਹੋਏ ਨੇ ਜਾਂ ਮਸ਼ੀਨਰੀ ਹੈ ਜਾਂ ਸਾਡੀ એનર્ਜੀ ਜੋ ਯੂਜ਼ ਹੋ ਰਹੀ ਹੈ ਉਹਦਾ ਕੋਸਟ ਤਾਂ ਸਾਨੂੰ ਪੈਣੀ ਹੀ ਪੈਣੀ ਹੈ। irregular supply of vital inputs such as power, water, transportation। ਸਾਡੇ ਕੋਲ ਜਿਹੜੀ ਸਪਲਾਈ ਹੈ ਕਹਿੰਦਾ ਚਾਹੇ ਇਲੈਕਟ੍ਰਿਸਿਟੀ ਹੋ ਗਈ, ਚਾਹੇ ਪਾਣੀ ਹੋ ਗਿਆ, ਚਾਹੇ ਟਰਾਂਸਪੋਰਟੇਸ਼ਨ ਦੀ, ਇਹਦੀ ਸਪਲਾਈ ਪ੍ਰੋਪਰ ਹੈ ਨਹੀਂ। ਇਹ ਸਪਲਾਈ ਤਾਂ ਬਾਹਰੋਂ ਆਉਂਦੀ ਹੈ, ਕੰਪਨੀ ਨੇ ਖੁਦ ਤੱਕ ਕਿਤੋਂ ਜਨਰੇਟ ਕਰਨੀ ਨਹੀਂ ਹੁੰਦੀ। ਅਗਰ ਇਹ ਵੀ ਪ੍ਰੋਬਲਮ ਤਾਂ ਕਹਿੰਦਾ ਕੰਪਨੀ ਸਿਕਨੈਸ ਦੇ ਵਿੱਚ ਆ ਸਕਦੀ ਹੈ। ਫਿਸਕਲ irregularities such as these possible in excise duties, import duties। ਕਹਿੰਦਾ ਜਿਹੜੇ ਸਾਡੇ ਕੋਲ ਖਰਚੇ ਹੁੰਦੇ ਨੇ ਜਿਵੇਂ ਐਕਸਾਈਜ਼ ਡਿਊਟੀਜ਼ ਦੇ ਜਾਂ ਫਿਰ ਇੰਪੋਰਟ ਡਿਊਟੀ ਦੇ, ਅਗਰ ਇਹ ਖਰਚਿਆਂ ਦੇ ਵਿੱਚ ਕਹਿੰਦਾ ਸਾਡੀ
ਅਮਾਊਂਟ ਜੋ ਜ਼ਿਆਦਾ ਇਨਕਰੀਜ਼ ਹੋ ਜਾਵੇ। ਫਿਸਕਲ ਪਾਲਿਸੀ ਕਹਿੰਦਾ ਉਹਦੇ ਨਾਲ ਡੀਲ ਕਰਦੀ ਨਾ ਖਰਚੇ ਇਨਕਮ ਨਾਲ। ਅਗਰ ਸਾਡੇ ਕਹਿੰਦਾ ਇੰਪੋਰਟ ਐਕਸਪੋਰਟ ਡਿਊਟੀ ਜ਼ਿਆਦਾ ਲੱਗਦੀ ਹੈਗੀ ਹੈ, ਸਾਡੇ ਖਰਚੇ ਵੱਧ ਰਹੇ ਹੈ, ਤਾਂ ਵੀ ਕੋਈ ਕੰਪਨੀ ਜੋ ਸਿਕਨੈਸ ਦੇ ਵਿੱਚ ਆ ਸਕਦੀ ਹੈ। ਇੰਡਸਟਰੀਅਲ ਸਟ੍ਰਾਈਕ, ਅਨਰੈਸਟ, ਕੁਝ ਲੋਕ ਜੋ ਹੈ ਕਹਿੰਦਾ ਅਨਰੈਸਟ ਚਲੇ ਗਏ, ਕਹਿੰਦੇ ਸਾਨੂੰ ਰੈਸਟ ਨਹੀਂ ਮਿਲੇਗੀ, ਸਾਨੂੰ ਛੁੱਟੀ ਕਰਨੀ ਹੈ, ਜਾਂ ਫਿਰ ਕੰਪਨੀ ਸਟ੍ਰਾਈਕ ਹੋ ਗਈ, ਲਗਾਤਾਰ ਕਿਸੇ ਕੰਪਨੀ ਦੀ ਸਟ੍ਰਾਈਕ ਚੱਲਦੀ ਚਲੀ ਗਈ, ਉਹ ਕੰਪਨੀ ਸਿੱਕ ਦੇ ਵਿੱਚ ਜਾਊਗੀ ਕਿਉਂਕਿ ਕੰਮ ਰੁਕ ਜਾਂਦਾ, ਖਰਚੇ ਤਾਂ ਉਹਨਾਂ ਦੇ ਪ੍ਰੋਪਰ ਹੀ ਉੱਦਾਂ ਹੀ ਹੁੰਦੇ ਨੇ। ਨੈਚੁਰਲ ਕੈਲਾਮਿਟੀ ਸੱਚ ਐਸ ਡਰੌਟ, ਅਰਥਕੁਏਕ, ਫਲੱਡ, ਕਿਸੇ ਪ੍ਰਕਾਰ ਦਾ ਕੋਈ ਤੂਫਾਨ ਆ ਗਿਆ ਜਾਂ ਭੂਚਾਲ ਆ ਗਿਆ ਜਾਂ ਫਲੱਡ ਇਦਾਂ ਦਾ ਕੁਝ ਆਇਆ, ਤਾਂ ਵੀ ਕੰਪਨੀ ਜੋ ਹੈ ਸਿੱਕ ਹੋ ਜਾਂਦੀਆਂ ਹੈਗੀਆਂ। ਕੁਝ ਹੈ ਉਸ ਤੋਂ ਬਾਅਦ ਇੰਟਰਨਲ ਕੋਜ਼ਿਸ, ਜਿਹੜੇ ਕੰਪਨੀ ਦੇ ਆਪਣੇ ਹੀ ਕਾਰਨ ਹੁੰਦੇ ਨੇ। ਲੈਕ ਆਫ ਕੰਟਰੋਲ ਔਨ ਕੀ ਆਫ ਏਰੀਆ ਲਾਈਕ ਮੈਨੇਜਮੈਂਟ, ਫਾਈਨਾਂਸ, ਮਾਰਕੀਟਿੰਗ, ਇਨਵੈਂਟਰੀ। ਅਸੀਂ ਇਹ ਕਹਿ ਸਕਦੇ ਹੈਗੇ ਹਾਂ ਕਿ ਸਾਡੇ ਕੋਲ ਜਦੋਂ ਮਿਸਮੈਨੇਜਮੈਂਟ ਹੁੰਦੀ ਹੈ ਕਿ ਨਾ ਤਾਂ ਅਸੀਂ ਕਹਿੰਦਾ ਫਾਈਨਾਂਸ ਨੂੰ ਪ੍ਰੋਪਰ ਯੂਜ਼ ਕਰ ਸਕਦੇ ਹਾਂ, ਨਾ ਕੰਪਨੀ ਦੀ ਮੈਨੇਜਮੈਂਟ ਪ੍ਰੋਪਰ ਹੁੰਦੀ ਹੈ, ਨਾ ਕੰਪਨੀ ਦੀ ਮਾਰਕੀਟਿੰਗ ਬੈਟਰ ਤਰੀਕੇ ਨਾਲ ਕਲੀਅਰ ਹੁੰਦੀ, ਨਾ ਹੀ ਕੰਪਨੀ ਦੀ ਇਨਵੈਂਟਰੀ ਹੁੰਦੀ ਹੈਗੀ। ਉਸ ਟਾਈਮ ਤੇ ਕਹਿੰਦਾ ਕੰਪਨੀ ਸਿਕਨੈਸ ਦੇ ਵਿੱਚ ਆਉਂਦੀ ਹੈ, ਕਿਉਂਕਿ ਜਦੋਂ ਇਨਵੈਂਟਰੀ ਪ੍ਰੋਪਰ ਨਹੀਂ ਹੋਗੀ ਤੁਸੀਂ ਰੋਂਗ ਵੇ ਨਾਲ ਆਪਣਾ ਪੈਸਾ ਇਨਵੈਸਟ ਕਰਦੇ ਚਲੇ ਜਾਓਗੇ, ਮਾਰਕੀਟ ਦੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੋਗੀ, ਪ੍ਰੋਡਕਸ਼ਨ ਕਰਦੇ ਚਲੇ ਜਾ ਰਹੇ ਹੋ, ਤੁਹਾਡੀ ਇਨਵੈਸਟਮੈਂਟ ਹੁੰਦੀ ਚਲੀ ਜਾ ਰਹੀ, ਪੈਸਾ ਖਤਮ ਹੁੰਦਾ ਚਲਾ ਜਾਂਦਾ ਹੈ। ਉਸ ਤੋਂ ਬਾਅਦ ਹੈ ਸ਼ੋਰਟੇਜ ਆਫ ਵਰਕਿੰਗ ਕੈਪੀਟਲ। ਜਦੋਂ ਕੰਪਨੀ ਕਹਿੰਦਾ ਤੁਹਾਡੇ ਕੋਲ ਵਰਕਿੰਗ ਕੈਪੀਟਲ ਘਟਦੀ ਚਲੀ ਜਾਊਗੀ। ਵਰਕਿੰਗ ਕੈਪੀਟਲ ਘਟਦੀ ਕਦੋਂ ਹੈ? ਜਦੋਂ ਸਾਨੂੰ ਫਾਈਨਾਂਸ ਬਾਰੇ ਪ੍ਰੋਪਰ ਨੌਲੇਜ ਹੀ ਨਹੀਂ ਹੁੰਦੀ, ਮੀਨਸ ਅਸੀਂ ਕੈਸ਼ ਇਨਫਲੋ ਔਰ ਆਊਟਫਲੋ ਦੀ ਰਿਪੋਰਟ ਬਣਾਉਂਦੇ ਹੀ ਨਹੀਂ ਹਾਂ। ਐਨ ਇੰਪ੍ਰੋਪਰ ਡਿਮਾਂਡ ਫੋਰਕਾਸਟ ਫॉर ਦੀ ਪ੍ਰੋਡਕਟਸ ਟੂ ਬੀ ਸੋਲਡ। ਜਦੋਂ ਅਸੀਂ ਕਹਿੰਦਾ ਆਪਣੇ ਹਿਸਾਬ ਨਾਲ ਕੋਈ ਡਿਮਾਂਡ ਸਮਝ ਲੈਂਦੇ ਹਾਂ ਵੀ ਹਾਂ ਮਾਰਕੀਟ ਦੇ ਵਿੱਚ ਇਹ ਸਮਾਨ ਸੇਲ ਹੋਊਗਾ, ਲੇਕਿਨ ਤੁਹਾਡਾ ਸਮਾਨ ਸੇਲ ਨਹੀਂ ਹੁੰਦਾ, ਤੁਸੀਂ ਗੁੱਡਸ ਜਿਵੇਂ ਪ੍ਰੋਡਿਊਸ ਕਰਕੇ ਰੱਖ ਲੈਂਦੇ ਹੋ, ਉਹਦੇ ਕਰਕੇ ਵੀ ਪ੍ਰੋਬਲਮਸ ਹੋ ਜਾਂਦੀਆਂ ਨੇ। ਇਨਐਪਰੋਪ੍ਰੀਏਟ ਚੋਇਸ ਆਫ ਟੈਕਨੋਲੋਜੀ, ਨੋਨ ਫਲੈਕਸੀਬਿਲਿਟੀ ਆਫ ਫਿਕਸ ਐਸੈਟ, ਰੋਂਗ ਲੋਕੇਸ਼ਨ, ਲੇਆਊਟ ਆਫ ਇੰਡਸਟਰੀ। ਜਦੋਂ ਕਹਿੰਦਾ ਤੁਸੀਂ ਇੰਡਸਟਰੀ ਜੋ ਹੈ ਗਲਤ ਜਗ੍ਹਾ ਤੇ ਲਗਾ ਲਈ, ਜਾਂ ਫਿਰ ਤੁਸੀਂ ਟੈਕਨੋਲੋਜੀ ਹੀ ਗਲਤ ਯੂਜ਼ ਕਰ ਰਹੇ ਹੈਗੇ ਹੋ, ਫਿਕਸ ਐਸੈਟ ਦੇ ਵਿੱਚ ਆਪਣੇ ਹਿਸਾਬ ਨਾਲ ਹੀ ਤੁਸੀਂ ਪੈਸੇ ਇਨਵੈਸਟਮੈਂਟ ਕਰਦੇ ਚਲੇ ਜਾ ਰਹੇ ਹੋ, ਜਦ ਕਿ ਤੁਹਾਨੂੰ ਉਹਦੀ ਚੀਜ਼ ਦੀ ਲੋੜ ਨਹੀਂ ਹੈਗੀ, ਉਹ ਰੀਜ਼ਨ ਵੀ ਹੋ ਸਕਦਾ ਤੁਹਾਡੀ ਕੰਪਨੀ ਦਾ ਸਿਕਨੈਸ ਦੇ ਵਿੱਚ ਆਉਣ ਦਾ। ਉਸ ਤੋਂ ਬਾਅਦ ਹੈਗਾ ਡਿਫੈਕਟਿਵ ਕੈਪੀਟਲ ਸਟਰਕਚਰ। ਤੁਹਾਡੀ ਕੰਪਨੀ ਦਾ ਜਿਹੜਾ ਕੈਪੀਟਲ ਸਟਰਕਚਰ ਹੈ ਉਹ ਵੀ ਡਿਫੈਕਟਿਵ ਹੋਵੇ। ਐਗਜ਼ਾਮਪਲ, ਤੁਸੀਂ ਜ਼ਿਆਦਾਤਰ ਜੋ ਹੈ ਪ੍ਰੈਫਰੈਂਸ ਔਰ ਡਿਵੈਂਚਰ ਤੇ ਚੱਲ ਰਹੇ ਹੈਗੇ ਹੋ। ਪ੍ਰੈਫਰੈਂਸ ਜਾਂ ਡਿਵੈਂਚਰ ਮੀਨਸ ਦੋਨਾਂ ਨੂੰ ਇੰਟਰਸਟ ਪ੍ਰੋਵਾਈਡ ਕਰਨਾ ਹੈ। ਕੰਪਨੀ ਨੂੰ ਅਗਰ ਇਨਕਮ ਹੋਊਗੀ ਤਾਂ ਹੀ ਇੰਟਰਸਟ ਪ੍ਰੋਵਾਈਡ ਕਰੂਗੀ। ਮੋਸਟਲੀ ਜਿਹੜਾ ਆਪਟੀਮਮ ਕੈਪੀਟਲ ਸਟਰਕਚਰ ਹੁੰਦਾ ਉਹ ਹੁੰਦਾ ਡਿਵੈਂਚਰ ਪਲੱਸ ਇਕੁਇਟੀ ਦਾ, ਲੇਕਿਨ ਕੁਝ ਕੰਪਨੀਆਂ ਪ੍ਰੈਫਰੈਂਸ ਨਾਲ ਵੀ ਚੱਲਦੀਆਂ। ਅਗਰ ਤੁਸੀਂ ਪ੍ਰੈਫਰੈਂਸ ਜ਼ਿਆਦਾ ਕਰੋਗੇ ਤਾਂ ਉੱਥੇ ਕੰਪਨੀ ਦੀ ਪ੍ਰੋਬਲਮ ਜ਼ਿਆਦਾ ਨਿਕਲ ਕੇ ਆਉਂਦੀਆਂ ਨੇ। ਅੱਗੋਂ ਕੁਝ ਉਹਨਾਂ ਨੇ ਪੁਆਇੰਟ ਲਿਖੇ ਵੀ ਹੈਗੇ, ਮਿਸਮੈਨੇਜਮੈਂਟ ਦੀ ਗੱਲ ਆਪਾਂ ਪਹਿਲਾਂ ਹੀ ਹੋਗੀ। ਫਿਰ ਹੈਗਾ ਮਾਰਕੀਟਿੰਗ ਦਾ ਜਦੋਂ ਤੁਹਾਨੂੰ ਪ੍ਰੋਪਰ ਨੌਲੇਜ ਨਹੀਂ ਹੋਗੀ। ਇੱਕ ਪੁਆਇੰਟ ਨਾਲ ਲਿਖਿਆ ਵੀ ਇੰਪਲੀਮੈਂਟੇਸ਼ਨ ਲੋਕਾਂ ਨੂੰ, ਜਦੋਂ ਕਹਿੰਦਾ ਤੁਹਾਨੂੰ ਕੰਪਨੀ ਦੀ ਪ੍ਰੋਪਰ ਪਲਾਨਸ ਬਾਰੇ ਇਨਫੋਰਮੇਸ਼ਨ ਨਹੀਂ ਹੁੰਦੀ, ਜਾਂ ਤੁਸੀਂ ਜੋ ਪਲਾਨ ਕੀਤੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਇੰਪਲੀਮੈਂਟ ਹੀ ਨਹੀਂ ਕਰ ਪੈਂਦੇ ਹੈਗੇ। ਕੰਪਨੀ ਨੇ ਆਫਿਸ 'ਚ ਬੈਠ ਕੇ ਤਾਂ ਜੋ ਮੈਨੇਜਮੈਂਟ ਹੈਗੀ ਉਹਨਾਂ ਪਲਾਨ ਰੈਡੀ ਕਰ ਲਏ, ਜਦੋਂ ਉਹਨੂੰ ਪ੍ਰੈਕਟੀਕਲ ਇੰਪਲੀਮੈਂਟ ਕਰਨਾ ਉਹ ਪ੍ਰੋਪਰ ਇੰਪਲੀਮੈਂਟ ਹੋ ਹੀ ਨਹੀਂ ਪਾਉਂਦੇ ਹੈਗੇ, ਮੀਨਸ ਅਸੀਂ ਫਿਊਚਰ ਦੇ ਚਲੇ ਡਿਲੇਡ ਹੁੰਦੇ ਚਲੇ ਜਾਂਦੇ ਹੈਗੇ, ਉਸ ਕਾਰਨ ਵੀ ਕੰਪਨੀ ਸਿੱਖੇ ਹੋ ਜਾਂਦੀਆਂ ਨੇ। ਪੂਅਰ ਇਨਫੋਰਮੇਸ਼ਨ ਸਿਸਟਮ, ਜਦੋਂ ਸਾਡੇ ਕੋਲ ਕਹਿੰਦਾ ਹਰੇਕ ਡਿਪਾਰਟਮੈਂਟ ਦੀ ਇਨਫੋਰਮੇਸ਼ਨ ਜੋ ਹੈ ਪੂਅਰ ਹੁੰਦੀ ਹੈ। ਪੂਅਰ ਦਾ ਮਤਲਬ ਕੀ ਹੈ? ਕਿਸੇ ਮਾਰਕੀਟ ਦੀ ਪ੍ਰੋਪਰ ਨੌਲੇਜ ਨਹੀਂ ਹੈ ਕਿ ਸਾਨੂੰ ਸਾਡੇ EMPLOYEES ਕਿਸ ਤਰ੍ਹਾਂ ਦਾ ਕੰਮ ਕਰ ਰਹੇ ਹਨ, ਉਹਦੀ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੈ, ਪ੍ਰੋਪਰ ਰਿਪੋਰਟਿੰਗ ਸਿਸਟਮ ਨਹੀਂ ਹੈ। ਤਾਂ ਉਸ ਕਰਕੇ ਵੀ ਕੰਪਨੀ ਜਿਵੇਂ ਐਗਜ਼ਾਮਪਲ ਬ੍ਰੇਕਡਾਊਨ ਹੋ ਗਈ ਮਸ਼ੀਨਾਂ ਦੇ ਵੀ ਜ਼ਿਆਦਾ, ਕਿਉਂਕਿ ਜਦੋਂ ਇਨਫੋਰਮੇਸ਼ਨ ਨਹੀਂ ਹੁੰਦੀ ਕਿ ਤੁਸੀਂ ਮਸ਼ੀਨਰੀ ਯੂਜ਼ ਕਰ ਰਹੇ ਹੋ, ਤਾਂ ਵੀ ਕੰਪਨੀ ਸਿੱਕ ਲੈਵਲ ਜਾਣ ਕੇ। ਐਨਰਜੀ ਪ੍ਰੋਬਲਮਸ, ਕੰਪਨੀ ਜਿੱਥੇ ਲੱਗੀ ਹੋਈ ਹੈ ਉੱਥੇ ਮੀਨਸ ਕਹਿੰਦੇ ਐਨਰਜੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈਗੀ ਹੈ। ਲਾਈਟਸ ਦੀ ਪ੍ਰੋਬਲਮ ਬਹੁਤ ਵਾਰ ਆਉਂਦੀ ਹੈ, ਕਿਉਂਕਿ ਲਗਾਤਾਰ ਬਾਰ-ਬਾਰ ਕੰਪਨੀ ਜਾਂ ਫਿਰ ਮਸ਼ੀਨਾਂ ਬੰਦ ਨਹੀਂ ਹੁੰਦੀਆਂ ਹੈਗੀਆਂ। ਕੋਈ ਇੱਕ ਦਿਨ ਤਾਂ ਹੁੰਦਾ ਵੀ ਚਲੋ ਇੱਕ ਦਿਨ ਚੱਲ ਜਾਂਦਾ, ਲੇਕਿਨ ਲਗਾਤਾਰ ਕੋਈ ਇੱਦਾਂ ਹੀ ਪ੍ਰੋਬਲਮ ਆਵੇ ਤਾਂ ਗੜਬੜ ਹੋ ਜਾਂਦੀ ਹੈ। ਇੰਪ੍ਰੋਪਰ ਟੈਕਨੋਲੋਜੀ ਦਾ ਪੁਆਇੰਟ ਪਹਿਲਾਂ ਕਲੀਅਰ ਹੋ ਗਿਆ। ਉਸ ਤੋਂ ਬਾਅਦ ਹੈਗਾ ਓਵਰ ਟ੍ਰੇਡਿੰਗ। ਜਦੋਂ ਕਹਿੰਦਾ ਤੁਸੀਂ ਓਵਰ ਟ੍ਰੇਡਿੰਗ ਕਰਦੇ ਚਲੇ ਜਾਂਦੇ ਹੋ, ਮੀਨਸ ਆਪਣੀ ਪ੍ਰੋਪਰ ਇਨਫੋਰਮੇਸ਼ਨ ਦੇ ਬਿਨਾਂ ਹੀ ਤੁਸੀਂ ਕਹਿੰਦਾ ਵਪਾਰ ਕਰਨ ਦੀ ਕੋਸ਼ਿਸ਼ ਕਰਦੇ ਹੈਗੇ। ਐਗਜ਼ਾਮਪਲ ਤੁਹਾਨੂੰ ਲੱਗਦਾ ਹੈਗਾ ਵੀ ਫਿਊਚਰ ਡਿਮਾਂਡ ਬਹੁਤ ਨਿਕਲੂਗੀ, ਪ੍ਰੋਡਕਸ਼ਨ ਕਰਕੇ ਰੱਖ ਲਓ, ਐਕਚੁਅਲ ਜੋਚ ਨਿਕਲਦੀ ਨਹੀਂ ਹੈਗੀ, ਲੋਕਾਂ ਦਾ ਟੇਸਟ ਚੇਂਜ ਹੋ ਗਿਆ, ਜਾਂ ਫਿਰ ਪ੍ਰਾਈਸਿਸ ਬਹੁਤ ਜ਼ਿਆਦਾ ਡਾਊਨ ਹੋ ਗਈਆਂ, ਮਾਰਕੀਟ ਦੇ ਵਿੱਚ ਇਦਾਂ ਦੀ ਕੰਡੀਸ਼ਨ ਆ ਗਈਆਂ ਪੈਸਾ ਹੈ ਨਹੀਂ, ਤਾਂ ਉੱਦਾਂ ਦੀ ਕੰਡੀਸ਼ਨ ਦੇ ਵਿੱਚ ਕਹਿੰਦਾ ਥੋੜਾ ਲੋਸ ਪੱਕਾ ਹੁੰਦਾ ਹੈ। ਫਿਰ ਸਾਈਕੋਲੋਜੀਕਲ ਮੈਲੋਡਰਾਮਾ, ਜਦੋਂ ਕਹਿੰਦਾ ਮਾਰਕੀਟ ਦੇ ਵਿੱਚ ਇੰਟਰਪ੍ਰੀਨਿਓਰਸ ਹੁੰਦੇ ਨੇ, ਕਹਿੰਦਾ ਫਿਰ ਸਾਈਕੋਲੋਜੀ ਮੀਨਸ ਆਪਣੇ ਦਿਮਾਗ ਦੇ ਪ੍ਰੋਪਰ ਦਿਖਾਣਾ ਹੀ ਚਾਹੁੰਦੇ ਨੇ ਵੀ ਐਕਚੁਅਲ ਜਾਂ ਤੁਹਾਡੇ ਨਾਲ ਜਿਹੜੇ ਕੰਪਨੀਜ਼ ਕੰਮ ਕਰ ਰਹੇ ਨੇ ਉਹ ਵੀ ਡਰਾਮਾ ਪੇਸ਼ ਕਰਦੇ ਨੇ। ਲੋਕਆਊਟ ਹੋ ਗਿਆ, ਸਟ੍ਰਾਈਕਸ ਹੋ ਗਈਆਂ, ਤਾਂ ਰੀਜ਼ਨਸ ਹੁੰਦੀਆਂ ਨੇ ਜਿਸ ਬੇਸ ਤੇ ਕਹਿੰਦਾ ਕੰਪਨੀ ਜੋ ਹੈ ਡਾਊਨ ਹੋ ਜਾਂਦੀਆਂ ਨੇ। ਫਿਰ ਕਹਿੰਦਾ ਸਿੰਪਟਮਸ ਆਫ ਸਿਕਨੈਸ ਐਂਡ ਕਿਉਰ ਆਫ ਸਿਕਨੈਸ। ਜਦੋਂ ਕੋਈ ਕੰਪਨੀ ਸਿਕਨੈਸ ਦੇ ਵਿੱਚ ਜਾਂਦੀ ਹੈ ਉਹਦੇ ਕੀ ਸਿੱਟੇ ਨਿਕਲ ਕੇ ਆਉਂਦੇ ਨੇ, ਅਗਰ ਤੁਸੀਂ ਉਹ ਸਿਕਨੈਸ ਨੂੰ ਦੂਰ ਕਰਨਾ ਤਾਂ ਉਹ ਕਿਸ ਤਰ੍ਹਾਂ ਕਰ ਸਕਦੇ ਹੋ, ਉਹ ਅਲੱਗ-ਅਲੱਗ ਪੁਆਇੰਟ ਨੇ। ਸਭ ਤੋਂ ਪਹਿਲਾਂ ਲਿਖਿਆ ਉਹਨਾਂ ਨੇ ਸਿੰਪਟਮਸ। ਜਦੋਂ ਵੀ ਕੋਈ ਕੰਪਨੀ ਸਿਕਨੈਸ ਦੇ ਜਾਂਦੀ ਸਭ ਤੋਂ ਪਹਿਲਾਂ ਕਹਿੰਦਾ ਮੂਵਮੈਂਟ ਆਫ ਸਟਾਕ ਜੋ ਹੈ ਬਿਲਕੁਲ ਰੁਕ ਜਾਂਦੀ ਹੈ। ਲਿਟਲ ਸਟਾਕ ਮੂਵਮੈਂਟ ਹੁੰਦੀ ਹੈਗੀ, ਮੂਵਮੈਂਟ ਸਾਡਾ ਸਟਾਕ ਜੋ ਇੱਕ ਜਗ੍ਹਾ ਪਿਆ ਰਹਿੰਦਾ, ਤੁਹਾਡਾ ਪੈਸਾ ਜੋ ਹੈ ਇਨਵੈਸਟਮੈਂਟ ਉੱਥੇ ਹੋਈ ਰਹਿੰਦੀ ਹੈਗੀ, ਮੀਨਸ ਅਸੀਂ ਕਹਿੰਦੇ ਹਾਂ ਬਲੋਕੇਜ ਆਫ ਮਨੀ ਕਹਿ ਸਕਦੇ ਉੱਥੇ। ਪ੍ਰੋਡਕਸ਼ਨ ਐਂਡ ਸੇਲਸ ਵਿਟਨੈਸ ਫੋਲਿੰਗ ਟ੍ਰੈਂਡ, ਜਿਹੜਾ ਸਾਡਾ ਪ੍ਰੋਡਕਸ਼ਨ ਜਾਂ ਫਿਰ ਸੇਲ ਦਾ ਜਿਹੜਾ ਟ੍ਰੈਂਡ ਹੁੰਦਾ ਬਿਲਕੁਲ ਡਾਊਨ ਹੋਣਾ ਸਟਾਰਟ ਹੋ ਜਾਂਦਾ ਹੈਗਾ। ਸਾਡੀਆਂ ਜਿਹੜੀਆਂ ਕ੍ਰੈਡਿਟ ਲਿਮਿਟਸ ਨੇ ਉਹ ਵੀ ਇਨਕਰੀਜ਼ ਹੁੰਦੀ ਚਲੀ ਜਾਂਦੀ ਹੈਗੀ, ਮੀਨਸ ਸਾਨੂੰ ਪੈਸਾ ਟਾਈਮ ਤੇ ਭਾਵੇਂ ਵਾਪਸ ਨਹੀਂ ਮਿਲਦਾ ਹੈਗਾ। ਸਾਡਾ ਕੈਸ਼ ਕ੍ਰੈਡਿਟ ਜੋ ਅਮਾਊਂਟ ਹੈ ਉਹ ਵੀ ਜੋ ਹੈ
ਸਾਡੇ ਉੱਪਰ ਬਰਡਨ ਬਣਦਾ ਚਲਾ ਜਾਂਦਾ, ਕਿਉਂਕਿ ਸਾਡੇ ਕੋਲ ਪੈਸਾ ਕਿਤੋਂ ਆਉਂਦਾ ਨਹੀਂ ਹੈਗਾ। ਜਦੋਂ ਸਾਡੀ ਸੇਲਸ ਵਗੈਰਾ ਨਹੀਂ ਹੋਈ ਹੁੰਦੀਆਂ ਤਾਂ ਅਸੀਂ ਪੈਸਾ ਕਿਤੇ ਦੇ ਵੀ ਨਹੀਂ ਪਾਉਂਦੇ ਹੈਗੇ। ਸਾਡੇ ਜਿਹੜੇ ਨੈਗੋਸ਼ੀਏਬਲ ਇਨਸਟਰੂਮੈਂਟਸ ਹੁੰਦੇ ਨੇ, ਜਿਵੇਂ ਕਿ ਬਿੱਲ, ਚੈੱਕ, ਉਹਨਾਂ ਦਾ ਟਾਈਮ ਪੀਰੀਅਡ ਜੋ ਹੈ ਨਿਕਲ ਜਾਂਦਾ ਹੈਗਾ, ਉਹ ਅਨਪੇਡ ਰਹਿ ਜਾਂਦੇ ਹੈਗੇ ਨੇ। ਉਸ ਤੋਂ ਬਾਅਦ ਸਾਡੇ ਕੋਲ ਹਾਈ ਡਰਾਇੰਗ ਕੈਸ਼ ਹੁੰਦਾ, ਮੀਨ ਸਾਡੇ ਕੋਲ ਜਿਹੜੀਆਂ ਬੋਰੀਆਂ ਸਾਡੀਆਂ ਆਪਣੀ ਯੂਨਿਟਸ ਨੇ ਜਾਂ ਫਿਰ ਜਿਹੜੇ ਪਰਸਨਸ ਨੇ ਉਹ ਆਪਣਾ ਪੈਸਾ ਲੈਂਦੇ ਚਲੇ ਜਾਂਦੇ ਹੈਗੇ ਨੇ, ਕੰਪਨੀ ਕੋਲ ਪੈਸਾ ਰਹਿੰਦਾ ਨਹੀਂ ਹੈਗਾ। ਕੈਜੂਅਲ ਰੀਕਨਸਟਰਕਸ਼ਨ ਆਫ ਦੀ ਫਰਮ ਇਜ਼ ਸ਼ਾਰਟ ਇੰਟਰਵਲ, ਸਾਨੂੰ ਕੀ ਹੈ ਆਪਣੇ ਹਿਸਾਬ ਨਾਲ ਸ਼ਾਰਟ ਇੰਟਰਵਲ ਦੇ ਵਿੱਚ ਰੀਕਨਸਟਰਕਸ਼ਨ ਕਰਨੀ ਪੈਂਦੀ ਹੈ ਵਾਰ-ਵਾਰ, ਵੀ ਪੈਸਾ ਕਿਤੋਂ ਨਾ ਕਿਤੋਂ ਜਨਰੇਟ ਕਰਨਾ ਪੈਂਦਾ, ਕਿਉਂਕਿ ਜਦੋਂ ਕੋਈ ਕੰਪਨੀ ਸਿੱਖ ਹੋ ਰਹੀ ਹੁੰਦੀ ਹੈ ਕੁਝ ਟਾਈਮ ਤੱਕ ਤੁਸੀਂ ਵਾਰ-ਵਾਰ ਪੈਸਾ ਜਨਰੇਟ ਕਰ ਸਕਦੇ ਹੋ, ਲੇਕਿਨ ਲਗਾਤਾਰ ਕੋਈ ਕੰਪਨੀ ਵਿੱਚ ਪੈਸਾ ਇਨਵੈਸਟਮੈਂਟ ਕਰਨ ਦੇ ਬਾਰੇ ਕੋਈ ਸੋਚਦਾ ਨਹੀਂ ਹੁੰਦਾ। ਸਾਡੀ ਟਰਨਓਵਰ ਅਮਾਊਂਟ ਜੋ ਹੈ ਉਹ ਵੀ ਘਟਦੀ ਚਲੀ ਜਾਂਦੀ ਹੈਗੀ ਹੈ। ਸਾਡੇ ਕੋਲ ਕੀ ਰਿਜੈਕਸ਼ਨਸ ਜ਼ਿਆਦਾ ਆਉਣੇ ਸਟਾਰਟ ਹੋ ਜਾਂਦੇ ਨੇ, ਜੋ ਅਸੀਂ ਪ੍ਰੋਡਕਟ ਬਣਾ ਰਹੇ ਹੁੰਦੇ ਰਿਜੈਕਸ਼ਨ ਦੇ ਬੇਸ ਤੇ ਚੱਲਦੇ ਹੈਗੇ ਨੇ। ਸਾਡੇ ਜੋ ਖਰਚੇ ਨੇ ਉਹ ਵੀ ਜ਼ਿਆਦਾ ਇਨਕਰੀਜ਼ ਹੁੰਦੇ ਚਲੇ ਜਾਂਦੇ ਨੇ, ਲੇਬਰਸ ਪ੍ਰੋਬਲਮਸ ਵਧਦੀਆਂ ਚਲੀਆਂ ਜਾਂਦੀਆਂ, ਕਿਉਂਕਿ ਲੇਬਰ ਨੂੰ ਵੀ ਹੁੰਦਾ ਵੀ ਅਗਰ ਕੰਮ ਚੱਲ ਰਿਹਾ ਹੋਊਗਾ ਤਾਂ ਸਾਨੂੰ ਬੈਨੀਫਿਟ ਮਿਲਣਗੇ, ਅਗਰ ਕੰਪਨੀ ਡਾਊਨ ਹੋ ਰਹੀ ਹੈ ਤਾਂ ਲੇਬਰ ਵੀ ਭੱਜਣਾ ਸਟਾਰਟ ਕਰ ਦਿੰਦੀ ਹੈ। ਅਸੀਂ ਕੀ ਐਕਸਟਰਨਲ ਫੰਡ ਦੇ ਉੱਪਰ ਡਿਪੈਂਡ ਹੋਣਾ ਸਟਾਰਟ ਹੋ ਜਾਂਦੇ ਹਾਂ, ਡਿਪੈਂਡ ਕੀ ਓਵਰ ਡਿਪੈਂਡ ਹੋ ਜਾਂਦੇ ਹੈਗੇ ਆ, ਵੀ ਬਾਹਰੋਂ ਪੈਸਾ ਆਊਗਾ ਤਾਂ ਕੰਪਨੀ 'ਚ ਕੰਮ ਚੱਲੂਗਾ। ਸਾਡੇ ਲੋਸ ਜੋ ਨੇ ਕੰਟੀਨਿਊ ਇਨਕਰੀਜ਼ ਹੋਣਾ ਸਟਾਰਟ ਹੋ ਜਾਂਦੇ ਨੇ। ਸਪਲਾਇਰ ਜੋ ਹੈ ਸਾਨੂੰ ਸਮਾਨ ਦੇਣ ਤੋਂ ਕਈ ਵਾਰ ਮਨਾ ਕਰਨਾ ਸਟਾਰਟ ਹੋ ਜਾਂਦੇ ਨੇ, ਸਪਲਾਇਰ ਵੀ ਇਹਨੂੰ ਲੱਗਦਾ ਵੀ ਸਾਡਾ ਪੈਸਾ ਅਗਰ ਉੱਥੇ ਬਲੋਕੇਜ ਹੋ ਸਕਦਾ ਹੈਗਾ। ਕੰਪਨੀ ਦੇ ਜਿੱਥੇ ਜਿੱਥੇ ਕੀ ਐਗਰੀਮੈਂਟਸ ਹੁੰਦੇ, ਜਿਵੇਂ ਡਾਇਰੈਕਟਰਸ ਨਾਲ, ਪਾਰਟਨਰ ਨਾਲ, ਉੱਥੇ ਡਿਸਐਗਰੀਮੈਂਟ ਆਉਣਾ ਸਟਾਰਟ ਹੋ ਜਾਂਦਾ ਹੈਗਾ। ਅਕਾਊਂਟਸ ਦੇ ਵੀ ਸਾਨੂੰ ਵਿੰਡੋ ਡਰੈਸਿੰਗ ਕਰਨੀ ਪੈਂਦੀ ਹੈ। ਅਕਾਊਂਟਸ ਦੇ ਵੀ ਵਿੰਡੋ ਡਰੈਸਿੰਗ ਮਤਲਬ ਵੀ ਅਸੀਂ ਆਪਣੇ ਵੱਲੋਂ ਕੁਝ ਨਾ ਕੁਝ ਐਂਟਰੀ ਪਾਸ ਕਰਕੇ ਪ੍ਰੋਪਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਹਾਂ, ਐਕਚੁਅਲ 'ਚ ਉਹ ਚੀਜ਼ਾਂ ਹੋਈਆਂ ਨਹੀਂ ਹੁੰਦੀਆਂ। ਸਾਡੀ ਕੰਪਨੀ ਦਾ EMPLOYE ਦੇ ਉੱਪਰ ਮੋਰੈਲਿਟੀ ਲੈਵਲ ਜੋ ਡਾਊਨ ਹੋਣਾ ਸਟਾਰਟ ਹੋ ਜਾਂਦਾ, ਵੀ EMPLOYEਜ਼ ਜੋ ਸਮਝਦੇ ਨੇ ਵੀ ਹੁਣ ਇਸ ਕੰਪਨੀ ਦੇ ਵਿੱਚ ਕੁਝ ਨਹੀਂ ਹੈ, ਵੀ ਸਾਨੂੰ ਵੀ ਜ਼ਿਆਦਾ ਨੁਕਸਾਨ ਹੋ ਸਕਦਾ ਹੈਗਾ। ਉਸ ਤੋਂ ਬਾਅਦ ਸਾਡੇ ਐਨੂਅਲ ਅਕਾਊਂਟਸ ਬਣਨ ਦੇ ਵਿੱਚ ਵੀ ਦੇਰੀ ਆਣੀ ਸਟਾਰਟ ਹੋ ਜਾਂਦੀ ਹੈ। ਸਾਡੀ ਜਿੰਨੀਆਂ ਬੈਂਕ ਦੀਆਂ ਟ੍ਰਾਂਜੈਕਸ਼ਨਸ ਹੁੰਦੀਆਂ ਨੇ ਉਹ ਵੀ ਰੁਕ ਜਾਂਦੀਆਂ ਸਾਰੀਆਂ। ਇੰਡਸਟਰੀ ਦੀ ਮਾਰਕੀਟ ਦੀ ਰਿਪੋਰਟ ਜੋ ਹੈ ਬਿਲਕੁਲ ਲੋ ਹੋ ਜਾਂਦੀ ਹੈ, ਸ਼ੇਅਰ ਵੈਲਿਊ ਵੀ ਡਾਊਨ ਹੋ ਜਾਂਦੇ, ਮੀਨਸ ਜਿੰਨੇ ਵੀ ਟ੍ਰੈਂਡ ਕੰਪਨੀ ਦੇ ਬਣੇ ਹੁੰਦੇ ਨੇ ਉਹ ਸਾਰੇ ਦੇ ਸਾਰੇ ਟ੍ਰੈਂਡ ਜੋ ਹੈ ਡਾਊਨ ਹੋਣਾ ਸਟਾਰਟ ਹੋ ਜਾਂਦੇ ਨੇ। ਬਲਕਿ ਅਗਰ ਇੰਡਸਟਰੀ ਨੂੰ ਕਿਤੋਂ ਵੀ ਕੋਈ ਚੀਜ਼ ਚਾਹੀਦੀ ਹੁੰਦੀ ਹੈ ਉਹਨਾਂ ਲਈ ਇਨਫਲੇਸ਼ਨਰੀ ਕੰਡੀਸ਼ਨਸ ਆ ਜਾਂਦੇ ਨੇ। ਇਨਫਲੇਸ਼ਨਰੀ ਦਾ ਮਤਲਬ ਕਿ ਉਹਨਾਂ ਨੂੰ ਹਰ ਜਗ੍ਹਾ ਪ੍ਰਾਈਸਿਸ ਵੀ ਜ਼ਿਆਦਾ ਪੇ ਕਰਨੀ ਪੈਂਦੀ ਨੇ ਅਗਰ ਕਿਸੇ ਨੂੰ ਕੁਝ ਲੈਣਾ ਹੁੰਦਾ, ਕਿਉਂਕਿ ਹਰੇਕ ਨੂੰ ਪਤਾ ਹੁੰਦਾ ਵੀ ਕੰਪਨੀ ਤਾਂ ਪਹਿਲਾਂ ਹੀ ਡਾਊਨ ਤੋਂ ਚੱਲ ਰਹੀ ਹੈ, ਅਸੀਂ ਪੈਸੇ ਤੋਂ ਬਿਨਾਂ ਕੰਮ ਕਰ ਨਹੀਂ ਸਕਦੇ, ਅਗਰ ਕਿਸੇ ਨੂੰ ਦੇਵਾਂਗੇ ਤਾਂ ਜ਼ਿਆਦਾ ਪ੍ਰਾਈਸ ਦੇ ਉੱਪਰ ਸਮਾਨ ਦੇਵਾਂਗੇ। ਅਗਰ ਕਹਿੰਦਾ ਤੁਸੀਂ ਕਿਸੇ ਕੰਪਨੀ ਨੂੰ ਸਿਕਨੈਸ ਦੇ ਵਿੱਚੋਂ ਉੱਪਰ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਉਹ ਕਿਸ ਬੇਸ ਨਾਲ ਆ ਸਕਦੀ ਹੈ। ਕੋਈ ਵੀ ਕੰਪਨੀ ਰੀਹੈਬਿਲਿਟੇਸ਼ਨ ਆਫ ਸਿਕਿੰਗ ਯੂਨਿਟਸ, ਕਿਸੇ ਵੀ ਕੰਪਨੀ ਨੂੰ ਕਹਿੰਦਾ ਤੁਸੀਂ ਉੱਪਰ ਲੈ ਕੇ ਆਉਣਾ ਹੈਗਾ, ਉਹਦੇ ਲਈ ਕਹਿੰਦਾ ਜ਼ਰੂਰੀ ਹੈਗਾ ਕਿ ਗਵਰਨਮੈਂਟ ਕਨੈਕਟਡ ਹੋਵੇ। ਗਵਰਨਮੈਂਟ ਮੀਨਸ ਸਮਾਲ ਸੈਕਟਰ ਨਾਲ ਕਨੈਕਟਡ ਹੋਵੇ ਜਾਂ ਫਿਰ ਲਾਰਜ ਸੈਕਟਰ ਨਾਲ, ਜਾਂ ਸਭ ਤੋਂ ਪਹਿਲਾਂ ਲਿਖਿਆ ਹੋਵੇ ਸਮਾਲ ਸੈਕਟਰ ਨਾਲ। ਸਮਾਲ ਸੈਕਟਰ ਦੇ ਨਾਲ ਕਹਿੰਦਾ ਸਟੇਟ ਲੈਵਲ ਅਗਰ ਕਮੇਟੀਜ਼ ਬਣ ਜਾਣ ਜਿਹਦੇ ਨਾਲ RBI ਖੁਦ ਡੀਲ ਕਰੇ, ਜਿਵੇਂ ਇਹਨਾਂ ਨੇ ਆਪਾਂ ਨੇ ਪਹਿਲਾਂ ਕਿਹਾ ਵੀ ਸਿਡਬੀ ਬੈਂਕ ਆਇਆ, ਸੁਡਕੋ ਆਇਆ ਜਾਂ ਫਿਰ ਨਾਬਾਰਡ ਵਗੈਰਾ ਆਏ। ਅਗਰ ਇਦਾਂ ਦੀ ਫੈਸਿਲਿਟੀਜ਼ ਕਹਿੰਦਾ ਗਵਰਨਮੈਂਟ ਖੁਦ ਪ੍ਰੋਵਾਈਡ ਕਰਦੀ ਹੈ, ਜਿਵੇਂ ਕਿ IDBI ਹੋ ਗਿਆ, ਇੰਡਸਟਰੀ ਡਿਵੈਲਪਮੈਂਟ ਬੈਂਕ ਹੋ ਗਿਆ, ਇਹ ਬੈਂਕ ਕਹਿੰਦਾ ਮਿਲ ਕੇ ਅਗਰ ਕੋਈ ਫਾਰਮੈਲਿਟੀਜ਼ ਕੰਪਲੀਟ ਕਰਨ ਜਾਂ ਬੈਂਕ ਕਿਸੇ ਵੀ ਕੰਪਨੀ ਨੂੰ ਸਪੋਰਟ ਕਰਨ ਤਾਂ ਕੋਈ ਵੀ ਕੰਪਨੀ ਜੋ ਹੈ ਸਿਕਨੈਸ ਦੇ ਵਿੱਚੋਂ ਆ ਸਕਦੀ ਹੈ। ਜ਼ਰੂਰੀ ਹੈ ਕਿ ਉਹਨਾਂ ਨੂੰ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਣ। ਫੈਸਿਲਿਟੀਜ਼ ਮੀਨ ਲਾਈਕ ਜਿਵੇਂ ਫੰਡ ਦੀ ਲੋੜ ਹੈਗੀ ਹੈ, ਕਲੋਜ਼ ਯੂਨਿਟਸ ਤਾਂ ਹੀ ਓਪਨ ਹੋ ਸਕਦੇ ਨੇ ਜਿਵੇਂ ਫੈਸਿਲਿਟੀਜ਼ ਮਿਲ। ਐਗਜ਼ਾਮਪਲ ਹੁਣ ਆਪਣੇ ਜਿਵੇਂ ਲੋਕਲ ਹੀ ਲਈਏ, ਆਸਾਨੀਵਾਲ ਤੋਂ ਡੇਲ ਰੋਡ ਤੇ ਤੁਸੀਂ ਜਾਂਦੇ ਹੋ, ਅੱਗੇ ਜਾ ਕੇ ਕੋਈ ਸ਼ਾਇਦ ਸੁਭਾ ਕੇ ਇੰਡਸਟਰੀ ਪਤਾ ਨਹੀਂ ਕਿਹੜੀ ਇੰਡਸਟਰੀ ਜਿਹੜੀ ਕੰਬਲ ਵਾਲੀ ਹੈਗੀ ਹੈ, ਮੈਨੂੰ ਮੇਰੇ ਦਿਮਾਗ 'ਚ ਨਹੀਂ ਹੈ, ਨਹੀਂ ਸੌਰੀ ਵੱਲਭ ਹੈ, ਉਹ ਇੰਡਸਟਰੀ ਕਾਫੀ ਯੂਨਿਟ ਫਿਕਸ ਸਿੱਕ ਹੋਗੀ, ਲੇਕਿਨ ਹਜੇ ਵੀ ਚੱਲ ਰਹੀ ਹੈ। ਚੱਲ ਕਿਉਂ ਰਹੀ ਹੈ? ਕਿਉਂਕਿ ਉਹਨੂੰ ਬੈਂਕ ਸਪੋਰਟ ਕਰ ਰਿਹਾ, ਸ਼ਾਇਦ ਮੈਂ ਕਿਹਾ SBI ਬੈਂਕ ਸਪੋਰਟ ਕਰ ਰਿਹਾ ਤਾਂ ਚੱਲ ਰਹੀ ਹੈ ਬੈਂਕ, ਮੈਨੂੰ ਇਹਦੇ ਬਾਰੇ ਵੀ ਸ਼ੋਰ, ਲੇਕਿਨ ਉਹ ਇੰਡਸਟਰੀ ਦੀ ਲਾਈਵ ਐਗਜ਼ਾਮਪਲ ਹੈ, ਬਹੁਤ ਵਧੀਆ। ਉਹਦੇ ਮੈਨੂੰ 3 ਟਾਈਮ ਸ਼ਿਫਟ ਕੰਮ ਚੱਲਦਾ ਸੀਗਾ, ਹੁਣ ਤਾਂ ਉਹ ਟਾਈਮ ਵੀ ਆ ਗਿਆ ਸੀਗਾ ਵੀ ਸਾਰੇ EMPLOYEਜ਼ ਚੱਲੇ ਵੀ ਗਏ, ਬਹੁਤ ਰੇਅਰ ਕੁਝ EMPLOYEਜ਼ ਨੇ, ਲੇਕਿਨ ਚੱਲ ਰਿਹਾ ਹੁਣ ਕੰਮ, ਕਿਉਂਕਿ ਬੈਂਕ ਸਪੋਰਟ ਕਰ ਰਿਹਾ, ਇੰਡਸਟਰੀਜ਼ ਅੱਗੇ ਚੱਲ ਰਹੀ, ਨਹੀਂ ਤਾਂ ਉਹ ਬੰਦ ਵੀ ਹੋ ਸਕਦੀ ਸੀ। ਬੈਂਕ ਵੀ ਇਸ ਲਈ ਸਪੋਰਟ ਕਰ ਰਿਹਾ ਕਿਉਂਕਿ ਬੈਂਕ ਨੇ ਪੈਸਾ ਲਗਾਇਆ ਹੋਇਆ। ਸਿਕਨੈਸ ਇਨ ਮੀਡੀਅਮ ਐਂਡ ਲਾਰਜ ਇੰਡਸਟਰੀ, ਕੋਈ ਵੀ ਕਹਿੰਦਾ ਇੰਡਸਟਰੀ ਹੋਵੇ, ਚਾਹੇ ਲਾਰਜ ਇੰਡਸਟਰੀ ਹੈ ਚਾਹੇ ਮੀਡੀਅਮ ਇੰਡਸਟਰੀ ਹੈ, ਸਭ ਦੇ ਵੀ ਸਿਕਨੈਸ ਆ ਜਾਂਦੀ ਹੈ। ਜ਼ਰੂਰੀ ਹੈ ਕਿ ਉਹਨਾਂ ਲਈ ਅੰਡਰਸਟੈਂਡਿੰਗ ਹੋਵੇ, ਮੀਨਸ ਕਮੇਟੀ ਬਣੀ ਜਾਵੇ, ਉਹਨਾਂ ਦੇ ਸੈਕਟਰੀ ਪਰਸਨਸ ਹੋਣ, ਪਬਲਿਕ ਸੈਕਟਰ ਅੰਡਰਸਟੈਂਡਿੰਗ ਹੋਵੇ, IDBI ਬੈਂਕ ਹੋਵੇ ਜਾਂ ਫਿਰ ਸਿਡਬੀ ਬੈਂਕ ਹੋਵੇ ਜਾਂ ਨਾਬਾਰਡ ਹੋਵੇ, ਉਹ ਪ੍ਰੋਪਰ ਟ੍ਰੇਨਿੰਗ ਦੇਣ, ਟ੍ਰੇਨਿੰਗ ਤੋਂ ਬਾਅਦ ਉਹਨਾਂ ਲਈ ਫਾਈਨਾਂਸ ਇਕੱਠਾ ਕਰਨ ਜਾਂ ਮਾਰਕੀਟ ਦੀ ਜੋ ਕੰਪਨੀ ਦੀ ਵੈਲਿਊ ਬਣਾਉਣ, ਤਾਂ ਕੰਪਨੀ ਕੋਈ ਵੀ ਸਿਕਨੈਸ ਦੇ ਵਿੱਚੋਂ ਬਾਹਰ ਆ ਸਕਦੀ ਹੈ। ਜ਼ਰੂਰੀ ਹੁੰਦਾ ਕਿ ਗਵਰਨਮੈਂਟਸ ਨਾਲ ਰੋਲ ਅਦਾ ਕਰੇ। ਅਗਰ ਗਵਰਨਮੈਂਟ ਦੀ ਸਪੋਰਟ ਨਹੀਂ ਹੋਊਗੀ, ਕੋਈ ਵੀ ਕੰਪਨੀ ਕਹਿੰਦਾ ਦੁਬਾਰਾ ਤੋਂ ਅਪਲਿਫਟ ਹੋਣਾ ਉਹਦੇ ਲਈ ਬਹੁਤ ਰੇਅਰ ਚਾਂਸ ਹੁੰਦਾ ਕਿ ਦੁਬਾਰਾ ਅਪਲਿਫਟ ਹੋਵੇ, ਕਿਉਂਕਿ ਕੰਪਨੀ ਕੋਲ ਜਿੰਨੇ ਕੁ ਪੈਸੇ ਹੁੰਦੇ ਨੇ, ਜਿਨ੍ਹਾਂ ਦੇ ਉਹਨਾਂ ਪ੍ਰਮੋਟਰਸ ਹੋਣਗੇ ਜਾਂ ਡਾਇਰੈਕਟਰਸ ਹੋਣਗੇ, ਜਿੱਥੇ ਤੱਕ ਉਹਨਾਂ ਨੂੰ ਲੱਗਦਾ ਹੁੰਦਾ ਉਹ ਪੈਸੇ ਲਗਾਉਂਦੇ ਚਲੇ ਜਾਂਦੇ ਹੈਗੇ ਨੇ, ਜਿੱਥੇ ਉਹਨਾਂ ਨੂੰ ਲੱਗਦਾ ਕਿ ਹੁਣ ਲਾਸਟ ਚਾਂਸ ਆ ਚੁੱਕੇ, ਹੁਣ ਨਹੀਂ ਫਾਇਦਾ ਕੋਈ ਹੈਗਾ, ਫਿਰ ਬੰਦ ਕਰ ਦਿੰਦੇ ਆਪਣਾ ਪੈਸਾ ਲਗਾਉਣਾ, ਕਿਉਂਕਿ ਉਹਨਾਂ ਕੋਲ ਵੀ ਕਿੰਨਾ ਕੁ ਪੈਸਾ ਹੋਊਗਾ ਵੀ ਜਿਹੜਾ ਸਾਹਮਣੇ ਉਹਨਾਂ ਨੂੰ ਲਗਾਈ ਜਾਣਾ ਬਿਜ਼ਨਸ ਦੇ ਵਿੱਚ। ਲੋ ਜੀ, ਇਹ ਹੋ ਗਈ ਤੁਹਾਡੀ ਬੁੱਕ ਓਵਰ।